ਹਾਂਜੀ ਪਿਆਰੇ ਵਿਦਿਆਰਥੀਓ, ਅੱਜ ਆਪਾਂ ਆਪਣੇ ਪੰਜਾਬ ਬੋਰਡ ਦੀ 10ਵੀਂ ਕਲਾਸ ਦੀ ਟਰਮ 2 ਦੀ ਪ੍ਰੀਖਿਆ ਦੇ ਲਈ ਗੈਸ ਪੇਪਰ 1 ਸੋਲਵ ਕਰਾਂਗੇ। ਤਾਂ ਦੇਖੋ ਬੱਚੇ, ਇਹ ਜਿਹੜਾ ਤੁਹਾਡਾ ਸਾਇੰਸ ਦਾ ਜਿਹੜਾ ਪੇਪਰ ਹੋਏਗਾ ਇਹ 2 ਘੰਟੇ ਦਾ ਹੋਏਗਾ ਅਤੇ ਇਸ ਪੇਪਰ ਦੇ ਕੁੱਲ 40 ਅੰਕ ਹੋਣਗੇ। ਅਤੇ ਇਸ ਪੇਪਰ ਦਾ ਜਿਹੜਾ ਭਾਗ ਊੜਾ ਹੋਏਗਾ ਉਸ ਦੇ ਵਿੱਚ ਤੁਹਾਡੇ ਕੋਲੋਂ 5 ਪ੍ਰਸ਼ਨ ਪੁੱਛੇ ਜਾਣਗੇ ਅਤੇ ਹਰੇਕ ਪ੍ਰਸ਼ਨ ਜਿਹੜਾ ਹੋਊਗਾ ਬੱਚੇ ਉਹ 2 ਨੰਬਰ ਦਾ ਹੋਏਗਾ। ਤਾਂ ਊੜੇ ਭਾਗ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਨ ਆ ਸਕਦੇ ਨੇ, ਦੇਖੋ। ਪਹਿਲਾ ਪ੍ਰਸ਼ਨ, ਪਿੱਤਲ ਅਤੇ ਤਾਂਬੇ ਦੇ ਬਰਤਨਾਂ ਵਿੱਚ ਦਹੀਂ ਅਤੇ ਖੱਟੀਆਂ ਵਸਤਾਂ ਕਿਉਂ ਨਹੀਂ ਰੱਖਣੀਆਂ ਚਾਹੀਦੀਆਂ? ਹਾਂਜੀ, ਪਿੱਤਲ ਅਤੇ ਤਾਂਬੇ ਦੇ ਬਰਤਨਾਂ ਦੇ ਵਿੱਚ ਦਹੀਂ ਅਤੇ ਖੱਟੀਆਂ ਵਸਤਾਂ ਕਿਉਂ ਨਹੀਂ ਰੱਖਣੀਆਂ ਚਾਹੀਦੀਆਂ? ਕਿਉਂਕਿ ਦਹੀਂ ਅਤੇ ਖੱਟੀਆਂ ਵਸਤਾਂ ਵਿੱਚ ਤੇਜ਼ਾਬ ਹੁੰਦੇ ਹਨ ਜੋ ਪਿੱਤਲ ਅਤੇ ਤਾਂਬੇ ਦੇ ਬਰਤਨਾਂ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਅਤੇ ਹੋਰ ਹਾਨੀਕਾਰਕ ਪਦਾਰਥ ਪੈਦਾ ਕਰਦੇ ਹਨ ਅਤੇ ਭੋਜਨ ਨੂੰ ਖਰਾਬ ਕਰ ਦਿੰਦੇ ਹਨ। ਇਸ ਲਈ ਪਿੱਤਲ ਅਤੇ ਤਾਂਬੇ ਦੇ ਬਰਤਨਾਂ ਵਿੱਚ ਦਹੀਂ ਅਤੇ ਖੱਟੀਆਂ ਵਸਤਾਂ ਨਹੀਂ ਰੱਖਣੀਆਂ ਚਾਹੀਦੀਆਂ। ਹਾਂਜੀ ਬੱਚੇ, ਅਗਲਾ ਪ੍ਰਸ਼ਨ ਹੈ, ਮਿਸ਼ਰਤ ਧਾਤਾਂ ਕੀ ਹੁੰਦੀਆਂ ਹਨ? ਹਾਂਜੀ, ਮਿਸ਼ਰਤ ਧਾਤਾਂ ਕੀ ਹੁੰਦੀਆਂ ਨੇ? 2 ਜਾਂ 2 ਤੋਂ ਵੱਧ ਧਾਤਾਂ ਜਾਂ ਧਾਤ ਅਤੇ ਅਧਾਤ ਦੇ ਸਮਅੰਗੀ ਮਿਸ਼ਰਣ ਨੂੰ ਮਿਸ਼ਰਤ ਧਾਤ ਜਾਂ ਐਲੋਏ ਕਹਿੰਦੇ ਹਨ। ਹਾਂਜੀ ਬੱਚੇ, ਅਗਲਾ ਪ੍ਰਸ਼ਨ ਹੈ, ਸਲਫਰ ਦਾ ਅਣੂ ਜੋ ਕਿ 8 ਪਰਮਾਣੂਆਂ ਦਾ ਬਣਿਆ ਹੈ ਉਸ ਦੀ ਇਲੈਕਟ੍ਰੋਨ ਬਿੰਦੂ ਰਚਨਾ ਕੀ ਹੋਵੇਗੀ? ਹਾਂਜੀ ਦੇਖੋ ਬੱਚੇ, ਜਿਹੜਾ ਸਲਫਰ ਹੈ, ਸਲਫਰ ਦੇ 8 ਪਰਮਾਣੂ ਨੇ ਜਿਹੜੇ ਇੱਕ ਛੱਲੇ ਦੇ ਰੂਪ ਵਿੱਚ ਆਪਸ ਵਿੱਚ ਜੁੜੇ ਹੁੰਦੇ ਨੇ। ਤਾਂ ਸਲਫਰ ਦੀ ਇਲੈਕਟ੍ਰੋਨ ਬਿੰਦੂ ਰਚਨਾ ਕੀ ਹੋਏਗੀ? ਦੇਖੋ ਬੱਚੇ, ਸਲਫਰ ਦੇ ਵਿੱਚ ਜਿਹੜੇ ਇਹ ਕਾਲੇ ਡਾਟ ਲੱਗੇ ਨੇ, ਇਹ ਜਿਹੜੇ ਡਾਟ ਆਪਾਂ ਲਗਾਉਣੇ ਆ, ਇਹ ਆਪਾਂ ਸਲਫਰ ਦੀ ਸਭ ਤੋਂ ਬਾਹਰਲੀ ਸ਼ੈਲ ਦੇ ਵਿੱਚ ਜਿੰਨੇ ਇਲੈਕਟ੍ਰੋਨ ਨੇ ਉਨੇ ਆਪਾਂ ਡਾਟ ਲਗਾਉਣੇ ਨੇ। ਜਿਸ ਤਰ੍ਹਾਂ ਕਿ ਦੇਖੋ, ਸਲਫਰ ਦੀ ਸਭ ਤੋਂ ਬਾਹਰਲੀ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੁੰਦੇ ਨੇ? 6। ਤਾਂ ਦੇਖੋ 1 2 3, ਹਾਂਜੀ ਇੱਧਰ ਦੇਖੋ, ਹਾਂਜੀ ਇੱਥੇ। ਹੁਣ ਦੇਖੋ ਬੱਚੇ, ਸਲਫਰ ਦੀ ਸਭ ਤੋਂ ਬਾਹਰਲੀ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਨੇ? 6। 1 2 3 4 ਅਤੇ 5 ਅਤੇ 6। ਤਾਂ ਹੁਣ ਬੱਚੇ, ਸਲਫਰ ਕੋਲ ਆਪਣੀ ਬਾਹਰਲੀ ਸ਼ੈਲ ਦੇ ਵਿੱਚ 6 ਇਲੈਕਟ੍ਰੋਨ ਨੇ ਅਤੇ ਇਸ ਨੂੰ ਆਪਣੀ ਬਾਹਰਲੀ ਸ਼ੈਲ ਦੇ ਵਿੱਚ 8 ਇਲੈਕਟ੍ਰੋਨ ਪੂਰੇ ਕਰਨ ਦੇ ਲਈ ਹੋਰ ਕਿੰਨੇ ਇਲੈਕਟ੍ਰੋਨ ਚਾਹੀਦੇ ਆ? 2। ਤਾਂ ਬੱਚੇ, ਸਲਫਰ ਕੀ ਕਰਦਾ ਹੈਗਾ, ਇਹਦੇ ਜਿਹੜੇ ਇੱਕ ਆ ਇਲੈਕਟ੍ਰੋਨ ਹੈ ਅਤੇ ਇੱਕ ਇਹ ਇਲੈਕਟ੍ਰੋਨ ਹੈ, ਇਹ ਆਪਣੇ ਇੱਕ ਇਲੈਕਟ੍ਰੋਨ ਹੈ ਜਿਹੜਾ ਦੂਜੇ ਸਲਫਰ ਦੇ ਨਾਲ ਸਾਂਝਾ ਕਰ ਲੈਂਦਾ। ਤਾਂ ਜਦੋਂ ਇਹ ਆਪਣਾ ਇੱਕ ਇਲੈਕਟ੍ਰੋਨ ਦੂਜੇ ਸਲਫਰ ਦੇ ਨਾਲ ਸਾਂਝਾ ਕਰਦਾ ਹੈਗਾ, ਤਾਂ ਜਿਹੜੀ ਸਲਫਰ ਦੇ ਨਾਲ ਇਹ ਆਪਣਾ ਇੱਕ ਇਲੈਕਟ੍ਰੋਨ ਸਾਂਝਾ ਕਰੂਗਾ ਤਾਂ ਉਹ ਇਲੈਕਟ੍ਰੋਨ ਦੋਨੇ ਪਾਸੇ ਗਿਣੇ ਜਾਣਗੇ। ਜਿਸ ਤਰ੍ਹਾਂ ਕਿ ਦੇਖੋ, ਆਪਣੇ ਪਹਿਲਾਂ ਇੱਕ ਸਲਫਰ ਲਿਖ ਲਈ, ਇਹਦੇ ਇਲੈਕਟ੍ਰੋਨ ਲਿਖ ਲਏ 1 2 3 4 5 6, ਬਾਹਰਲੀ ਸ਼ੈਲ ਦੇ ਵਿੱਚ 6 ਇਲੈਕਟ੍ਰੋਨ ਨੇ। ਤਾਂ ਇਹਦਾ ਜਿਹੜਾ ਇਹ ਵਾਲਾ ਇਲੈਕਟ੍ਰੋਨ ਹੈ, ਇਹ ਇਲੈਕਟ੍ਰੋਨ ਇੱਕ ਦੂਜੀ ਸਲਫਰ ਨਾਲ ਹੀ ਸਾਂਝਾ ਕਰ ਲੇਗਾ। ਦੂਜੀ ਸਲਫਰ ਆਪਾਂ ਹੋਰੇ ਬਣਾ ਰਹੇ ਹਾਂ, ਇਹਦੇ ਕੋਲ ਵੀ 6 ਇਲੈਕਟ੍ਰੋਨ ਨੇ, 1 2 3 4 ਅਤੇ ਇੱਕ ਇਸ ਨੇ ਇੱਧਰ ਸ਼ੇਅਰ ਕਰ ਲਿਆ 5 ਅਤੇ ਇੱਕ ਇਹਦੇ ਕੋਲ ਉਰੇ ਆ ਗਿਆ 6। ਤਾਂ ਹੁਣ ਦੇਖੋ ਬੱਚੇ, ਇਹ ਜਿਹੜੀ ਸਲਫਰ ਹੈ, ਇਹ ਸਲਫਰ ਨੇ ਆਪਣਾ ਇੱਕ ਇਲੈਕਟ੍ਰੋਨ ਇਹ ਸਲਫਰ ਨਾਲ ਸਾਂਝਾ ਕਰ ਲਿਆ ਅਤੇ ਇਹ ਜਿਹੜੀ ਸਲਫਰ ਹੈ ਇਹਨੇ ਆਪਣਾ ਇੱਕ ਇਲੈਕਟ੍ਰੋਨ ਇਹ ਸਲਫਰ ਨਾਲ ਸਾਂਝਾ ਕਰ ਲਿਆ। ਹੁਣ ਜਿਹੜੇ ਇਲੈਕਟ੍ਰੋਨ ਇਹ ਸਾਂਝੇ ਕੀਤੇ ਗਏ ਨੇ, ਆਹ ਵਾਲੇ, ਇਹ ਜਿਹੜੇ ਇਲੈਕਟ੍ਰੋਨ ਨੇ ਦੋਨੇ ਪਾਸੇ ਗਿਣੇ ਜਾਣਗੇ। ਇੱਧਰਲੀ ਸਲਫਰ ਨਾਲ ਵੀ ਇਹ 2 ਗਿਣੇ ਜਾਣਗੇ ਅਤੇ ਇਹ 2 ਨੇ ਜਿਹੜੇ ਇਹ ਵਾਲੀ ਸਲਫਰ ਨਾਲ ਵੀ ਗਿਣੇ ਜਾਣਗੇ। ਹੁਣ ਇਹ ਵਾਲੀ ਸਲਫਰ ਕੋਲ ਕਿੰਨੇ ਇਲੈਕਟ੍ਰੋਨ ਹੋ ਗਏ? ਦੇਖੋ 1 2 3 4 5 6 7 ਹੋ ਗਏ। ਤਾਂ ਇਹਨੂੰ ਇੱਕ ਇਲੈਕਟ੍ਰੋਨ ਹੋਰ ਚਾਹੀਦਾ, ਤਾਂ ਇੱਕ ਇਲੈਕਟ੍ਰੋਨ ਇਹ ਇੱਧਰਲੀ ਸਲਫਰ ਨਾਲ ਆਪਣਾ ਸਾਂਝਾ ਕਰ ਲੇਗਾ। ਇਹ ਵਾਲੀ ਸਲਫਰ ਹੈ 1 2 3 4 5 ਅਤੇ 6। ਹੁਣ ਇਹ ਵਾਲੀ ਸਲਫਰ ਕੋਲ ਵੀ 6 ਇਲੈਕਟ੍ਰੋਨ ਨੇ, ਦੇਖੋ 1 2 3 4 5 ਅਤੇ 6। ਤਾਂ ਇਹ ਵਾਲੀ ਸਲਫਰ ਨੇ ਵੀ ਆਪਣਾ ਇੱਕ ਇਲੈਕਟ੍ਰੋਨ ਇਹ ਸਲਫਰ ਨਾਲ ਸਾਂਝਾ ਕਰ ਲਿਆ ਅਤੇ ਇਹ ਸਲਫਰ ਨੇ ਆਪਣਾ ਇੱਕ ਇਲੈਕਟ੍ਰੋਨ ਇਹ ਸਲਫਰ ਨਾਲ ਸਾਂਝਾ ਕਰ ਲਿਆ। ਤਾਂ ਇਹ ਵਾਲੀ ਸਲਫਰ ਕੋਲ ਦੇਖੋ ਹੁਣ ਕਿੰਨੇ ਇਲੈਕਟ੍ਰੋਨ ਹੋ ਗਏ? 1 2 3 4
5 6 7 8। ਤਾਂ ਇਸ ਤਰ੍ਹਾਂ ਬੱਚੇ ਆਪਾਂ ਇਸ ਤਰ੍ਹਾਂ ਇਹਨਾਂ ਨੇ ਇਹ ਇੱਕ ਹਾਂਜੀ ਹੁਣ ਆਹ ਸਲਫਰ ਦਾ ਹੈਗਾ, ਇਹਨੇ ਆਪਣਾ ਇੱਕ ਇਲੈਕਟ੍ਰੋਨ ਇਹ ਸਲਫਰ ਨਾਲ ਸਾਂਝਾ ਕੀਤਾ ਹੋਇਆ, ਇੱਧਰ ਜੁੜ ਗਏ। ਹੁਣ ਇਹ ਵਾਲੀ ਸਲਫਰ ਹੈ, ਇਹਦੇ ਕੋਲ ਦੇਖੋ 1 2 3 4 5 6 7 ਨੇ। ਇਸ ਨੇ ਆਪਣਾ ਇੱਕ ਇਲੈਕਟ੍ਰੋਨ ਜਿਹੜਾ ਇਹ ਦੂਜੀ ਸਲਫਰ ਨਾਲ ਸਾਂਝਾ ਕਰ ਲੈਣਾ। ਆਹ ਦੂਜੀ ਸਲਫਰ ਦਾ ਐਸ ਆ ਗਿਆ, ਦੂਜੀ ਸਲਫਰ ਦਾ ਇੱਕ ਇਲੈਕਟ੍ਰੋਨ ਆ ਗਿਆ। ਅਤੇ ਇਸ ਨੇ ਆਹ ਦੂਸਰੀ ਸਲਫਰ ਆ ਗਈ 1 2 3 4 5 6। ਅਤੇ ਇਹ ਵਾਲੀ ਸਲਫਰ ਕੋਲ 6 ਇਲੈਕਟ੍ਰੋਨ ਸੀਗੇ, ਇਹਨੇ ਆਪਣਾ ਇੱਕ ਇਲੈਕਟ੍ਰੋਨ ਇਹ ਸਲਫਰ ਨਾਲ ਸਾਂਝਾ ਕਰ ਲਿਆ। ਅਤੇ ਇਹ ਵਾਲੀ ਸਲਫਰ ਕੋਲ ਕਿੰਨੇ ਪੂਰੇ ਹੋ ਗਏ? 8। ਦੇਖੋ 1 2 3 4 5 6 7 8। ਤਾਂ ਬੱਚੇ ਇਸ ਤਰ੍ਹਾਂ ਇਹ ਸਲਫਰ ਨੇ ਜਿਹੜੇ ਆਪਣੇ ਇੱਕ ਇੱਕ ਇਲੈਕਟ੍ਰੋਨ ਦੂਜੇ ਨਾਲ ਸਾਂਝਾ ਕਰ ਲੈਂਦੇ ਨੇ, ਅਤੇ ਇਹ ਕੀ ਹੈਗਾ ਇੱਕ ਛੱਲੇ ਦੇ ਰੂਪ ਦੇ ਵਿੱਚ ਆਪਸ ਦੇ ਵਿੱਚ ਜੁੜ ਜਾਂਦੇ ਨੇ। ਹੁਣ ਦੇਖੋ ਬੱਚੇ ਆਹ ਵਾਲੀ ਸਲਫਰ ਹੈ, ਇਹਨੇ ਕੀ ਕੀਤਾ 1 2 3 4 5 6 ਇਹਦੇ ਆਪਦੇ ਸੀ, ਅਤੇ ਇੱਕ ਇਲੈਕਟ੍ਰੋਨ ਇਹਨੇ ਦੂਜੀ ਸਲਫਰ ਨਾਲ ਸਾਂਝਾ ਕੀਤਾ ਹੋਏਗਾ। ਇੱਧਰੋਂ ਇੱਕ ਇਲੈਕਟ੍ਰੋਨ ਨੇ ਦੂਜੀ ਸਲਫਰ ਨਾਲ ਸਾਂਝਾ ਕਰ ਲਿਆ। ਤਾਂ ਹੁਣ ਇਹ ਸਲਫਰ ਦੇ ਕਾਊਂਟ ਕਰਕੇ ਦੇਖੋ 1 2 3 4 5 6 7 8। ਇਸੇ ਤਰ੍ਹਾਂ ਜਿਹੜੀ ਇਹ ਵਾਲੀ ਸਲਫਰ ਹੈ, ਇਹਦੇ ਕੋਲ ਵੀ ਬਾਹਰਲੀ ਸਾਈਡ 'ਤੇ 6 ਇਲੈਕਟ੍ਰੋਨ ਸੀਗੇ, ਇਹਨੂੰ ਵੀ 2 ਇਲੈਕਟ੍ਰੋਨ ਚਾਹੀਦੇ ਸੀਗੇ, ਅਤੇ ਇਸ ਸਲਫਰ ਨੇ ਆਪਣਾ ਇੱਕ ਇਲੈਕਟ੍ਰੋਨ ਇਹ ਸਲਫਰ ਨਾਲ ਸਾਂਝਾ ਕੀਤਾ ਹੈ, ਅਤੇ ਇਹ ਸਲਫਰ ਨੇ ਆਪਣਾ ਇੱਕ ਇਲੈਕਟ੍ਰੋਨ ਇਹ ਵਾਲੀ ਸਲਫਰ ਨਾਲ ਸਾਂਝਾ ਕੀਤਾ ਹੈ। ਤਾਂ ਇਹ ਵਾਲੀ ਸਲਫਰ ਕੋਲ ਵੀ ਬੱਚੇ ਕਿੰਨੇ ਇਲੈਕਟ੍ਰੋਨ ਹੋ ਗਏ? 8। ਦੇਖੋ 1 2 3 4 5 6 7 8। ਤਾਂ ਇਸ ਤਰ੍ਹਾਂ ਇਹ ਜਿਹੜੀਆਂ 8 ਸਲਫਰ ਨੇ ਇਹ ਆਪਣੇ 2 ਇਲੈਕਟ੍ਰੋਨ ਅੱਗੇ 2 ਸਲਫਰ ਦੇ ਨਾਲ ਇਹ ਸਾਂਝੇ ਕਰ ਰਹੀਆਂ ਨੇ, ਅਤੇ ਇਸ ਤਰ੍ਹਾਂ ਇਹ ਆਪਸ ਦੇ ਵਿੱਚ ਇੱਕ ਰਿੰਗ ਦੇ ਰੂਪ ਦੇ ਵਿੱਚ ਜਾਂ ਇੱਕ ਛੱਲੇ ਦੇ ਰੂਪ ਦੇ ਵਿੱਚ ਆਪਸ ਦੇ ਵਿੱਚ ਜੁੜੇ ਹੁੰਦੇ ਨੇ। ਤਾਂ ਇਸ ਤਰ੍ਹਾਂ ਅਸੀਂ ਸਲਫਰ ਦੀ ਜਿਹੜੀ ਹੈਗੀ ਹੈ ਇਲੈਕਟ੍ਰੋਨ ਬਿੰਦੂ ਰਚਨਾ ਜਿਹੜੀ ਸਲਫਰ ਦੀ ਹੈ ਆਪਾਂ ਇਸ ਤਰ੍ਹਾਂ ਆਪਾਂ ਬਣਾ ਸਕਦੇ ਹਾਂ। ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ, ਸਾਈਨੈਪਸ ਕਿਸ ਨੂੰ ਕਹਿੰਦੇ ਹਨ? ਹਾਂਜੀ ਸਾਈਨੈਪਸ ਕੀ ਹੁੰਦਾ ਹੈ? ਹਾਂਜੀ 2 ਨਿਊਰੋਨਾਂ ਦੇ ਵਿਚਕਾਰਲੇ ਖਾਲੀ ਸਥਾਨ ਨੂੰ ਸਾਈਨੈਪਸ ਕਹਿੰਦੇ ਹਨ। ਸਾਈਨੈਪਸ ਵਿੱਚ ਬਿਜਲਈ ਸੰਕੇਤ ਰਸਾਇਣਕ ਸੰਕੇਤਾਂ ਵਿੱਚ ਬਦਲ ਕੇ ਇੱਕ ਨਿਊਰੋਨ ਤੋਂ ਦੂਜੇ ਨਿਊਰੋਨ ਤੱਕ ਪਹੁੰਚਦੇ ਹਨ। ਹਾਂਜੀ ਅਗਲਾ ਪ੍ਰਸ਼ਨ ਹੈ, ਆਨੁਵੰਸ਼ਿਕਤਾ ਤੋਂ ਕੀ ਭਾਵ ਹੈ? ਹਾਂਜੀ ਆਨੁਵੰਸ਼ਿਕਤਾ ਕੀ ਹੁੰਦੀ ਹੈ? ਮਾਂ-ਬਾਪ ਦੇ ਗੁਣ ਸੰਤਾਨ ਰਾਹੀਂ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਜਾਣ ਨੂੰ ਆਨੁਵੰਸ਼ਿਕਤਾ ਕਿਹਾ ਜਾਂਦਾ ਹੈ। ਹਾਂਜੀ ਜਦੋਂ ਮਾਂ-ਬਾਪ ਦੇ ਗੁਣ ਸੰਤਾਨ ਰਾਹੀਂ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਜਾਂਦੇ ਨੇ ਤਾਂ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਬੱਚੇ? ਆਨੁਵੰਸ਼ਿਕਤਾ। ਹਾਂਜੀ ਬੱਚੇ ਅੱਗੇ ਆ ਗਿਆ ਆਪਣਾ ਭਾਗ ਆੜਾ। ਇਸ ਭਾਗ ਦੇ ਵਿੱਚ 6 ਪ੍ਰਸ਼ਨ ਹੋਣਗੇ, ਅਤੇ ਹਰੇਕ ਪ੍ਰਸ਼ਨ ਹੈ ਜਿਹੜਾ ਉਹ 3 ਨੰਬਰ ਦਾ ਹੋਏਗਾ। ਇਸ ਭਾਗ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਨ ਆ ਸਕਦੇ ਨੇ ਦੇਖੋ। ਹਾਂਜੀ ਤੇਜ਼ਾਬ ਕੀ ਹੁੰਦਾ ਹੈ? ਤੇਜ਼ਾਬ ਦੇ 4 ਗੁਣਾਂ ਦੀ ਵਿਆਖਿਆ ਉਦਾਹਰਨ ਦੇ ਕੇ ਕਰੋ। ਹਾਂਜੀ ਪਹਿਲਾਂ ਦੇਖੋ ਤੇਜ਼ਾਬ ਕੀ ਹੁੰਦਾ ਹੈ? ਉਹ ਯੌਗਿਕ ਜਿਨ੍ਹਾਂ ਦੇ ਕੋਲ ਇੱਕ ਜਾਂ ਇੱਕ ਤੋਂ ਵੱਧ ਹਾਈਡਰੋਜਨ ਪਰਮਾਣੂ ਹੁੰਦੇ ਹਨ ਅਤੇ ਜੋ ਪਾਣੀ ਵਾਲੇ ਘੋਲ ਵਿੱਚ ਚਾਰਜਿਤ ਆਇਨ H3O ਪੋਜ਼ਿਟਿਵ ਪੈਦਾ ਕਰਦੇ ਹਨ, ਉਹਨਾਂ ਨੂੰ ਤੇਜ਼ਾਬ ਕਹਿੰਦੇ ਹਨ। ਇਹ ਸਵਾਦ ਵਿੱਚ ਖੱਟੇ ਹੁੰਦੇ ਹਨ। ਹਾਂਜੀ ਅੱਗੇ ਨੇ ਬੱਚੇ ਤੇਜ਼ਾਬ ਦੇ ਗੁਣ। ਇਹ ਸਵਾਦ ਵਿੱਚ ਖੱਟੇ ਹੁੰਦੇ ਹਨ। ਇਹ ਨੀਲੇ ਲਿਟਮਸ ਨੂੰ ਲਾਲ ਕਰ ਦਿੰਦੇ ਹਨ। ਇਹਨਾਂ ਦਾ ਘੋਲ ਸਾਬਣ ਦੇ ਘੋਲ ਦੀ ਤਰ੍ਹਾਂ ਚੀਕਣਾ ਨਹੀਂ ਹੁੰਦਾ। ਇਹ ਧਾਤੂਆਂ ਦੇ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਬਣਾਉਂਦੇ ਹਨ। ਇਹ ਕਾਰਬੋਨੇਟ ਦੇ ਨਾਲ ਕਿਰਿਆ ਕਰਕੇ ਕਾਰਬਨ ਡਾਈਆਕਸਾਈਡ ਪੈਦਾ ਕਰਦੇ ਹਨ। ਤੇਜ਼ਾਬ ਖਾਰਾਂ ਨਾਲ ਕਿਰਿਆ ਕਰਕੇ ਲੂਣ ਅਤੇ ਪਾਣੀ ਬਣਾਉਂਦੇ ਹਨ। ਤਾਂ ਬੱਚੇ ਇਹ ਤੇਜ਼ਾਬ ਦੇ ਗੁਣ ਹਨ। ਹਾਂਜੀ ਇਸ ਤੋਂ ਬਾਅਦ ਬੱਚੇ ਅਗਲਾ ਪ੍ਰਸ਼ਨ ਦੇਖੋ, ਸਮਜਾਤੀ ਲੜੀ ਕੀ ਹੁੰਦੀ ਹੈ? ਇਸ ਦੇ 2 ਗੁਣ ਲਿਖੋ। ਐਲਕੇਨ ਲੜੀ ਦੇ ਪਹਿਲੇ 2 ਮੈਂਬਰਾਂ ਦੇ ਨਾਂ ਅਤੇ ਸੂਤਰ ਲਿਖੋ। ਹਾਂਜੀ ਸਮਜਾਤੀ ਲੜੀ ਕੀ ਹੁੰਦੀ ਹੈ? ਵੱਖ-ਵੱਖ ਲੰਬਾਈ ਵਾਲੀ ਕਾਰਬਨ ਲੜੀ ਜਿਸ ਵਿੱਚ ਇੱਕੋ ਕਿਰਿਆਤਮਕ ਸਮੂਹ ਮੌਜੂਦ ਹੋਵੇ ਉਸ ਨੂੰ ਸਮਜਾਤੀ ਲੜੀ ਕਹਿੰਦੇ ਹਨ। ਸਮਜਾਤੀ ਲੜੀ ਦੇ 2 ਗੁਣ। ਹਾਂਜੀ ਸਮਜਾਤੀ ਲੜੀ ਦੇ 2 ਗੁਣ ਕਿਹੜੇ ਨੇ? ਸਮਜਾਤੀ ਲੜੀ ਦੇ ਸਾਰੇ ਮੈਂਬਰਾਂ ਦੇ ਰਸਾਇਣਿਕ ਗੁਣ
ਇੱਕੋ ਜਿਹੇ ਹੁੰਦੇ ਹਨ। ਸਮਜਾਤੀ ਲੜੀ ਦੇ ਲਗਾਤਾਰ ਦੋ ਮੈਂਬਰਾਂ ਵਿੱਚ CH2 ਦਾ ਅੰਤਰ ਹੁੰਦਾ ਹੈ। ਹਾਂਜੀ, ਅੱਗੇ ਹੈ ਐਲਕੇਨ ਲੜੀ। ਜਿਨ੍ਹਾਂ ਹਾਈਡਰੋਕਾਰਬਨਾਂ ਦਾ ਬਣਤਰੀ ਸੂਤਰ CnH2n+2 ਹੈ। ਤਾਂ ਬੱਚੇ ਇੱਥੇ N ਕੀ ਹੈ? N ਹੁੰਦਾ ਹੈਗਾ ਨੰਬਰ ਆਫ ਕਾਰਬਨ ਐਟਮਸ, ਜਾਂ ਕਾਰਬਨ ਐਟਮਾਂ ਦੀ ਗਿਣਤੀ, ਜਾਂ ਕਾਰਬਨ ਪਰਮਾਣੂਆਂ ਦੀ ਗਿਣਤੀ। ਤਾਂ ਐਲਕੇਨ ਲੜੀ ਕਿਹੜੀ ਹੁੰਦੀ ਹੈ? ਜਿਨ੍ਹਾਂ ਹਾਈਡਰੋਕਾਰਬਨਾਂ ਦਾ ਬਣਤਰੀ ਸੂਤਰ ਹੁੰਦਾ ਹੈਗਾ CnH2n+2 ਹੈ, ਉਹਨਾਂ ਨੂੰ ਐਲਕੇਨ ਕਹਿੰਦੇ ਹਨ। ਇਸ ਤਰ੍ਹਾਂ ਦੇ ਪਰਿਵਾਰ ਦੇ ਮੈਂਬਰ ਮਿਲ ਕੇ ਇੱਕ ਸਮਜਾਤੀ ਲੜੀ ਬਣਾਉਂਦੇ ਹਨ। ਇਸ ਲੜੀ ਦੇ ਪਹਿਲੇ ਦੋ ਮੈਂਬਰਾਂ ਦੇ ਨਾਂ ਅਤੇ ਸੂਤਰ ਹਨ ਮੀਥੇਨ CH4 ਤੇ ਦੂਜਾ ਕਿਹੜਾ ਹੈਗਾ ਈਥੇਨ C2H6। ਹਾਂਜੀ ਬੱਚੇ, ਅਗਲਾ ਪ੍ਰਸ਼ਨ ਦੇਖੋ। ਪੌਦਿਆਂ ਵਿੱਚ ਪਾਣੀ ਅਤੇ ਖਣਿਜ ਲੂਣਾਂ ਦਾ ਵਹਿਣ ਕਿਵੇਂ ਹੁੰਦਾ ਹੈ? ਹਾਂਜੀ, ਪੌਦੇ ਪਾਣੀ ਵਿੱਚ ਘੁਲੇ ਹੋਏ ਖਣਿਜ ਲੂਣ ਜੜ ਰੋਮਾਂ ਰਾਹੀਂ ਪ੍ਰਸਾਰਣ ਵਿਧੀ ਰਾਹੀਂ ਗ੍ਰਹਿਣ ਕਰਦੇ ਹਨ। ਜੜ੍ਹਾਂ ਤੋਂ ਪਾਣੀ ਅਤੇ ਖਣਿਜ ਜ਼ਾਈਲਮ ਟਿਸ਼ੂ ਰਾਹੀਂ ਪੱਤਿਆਂ ਤੱਕ ਪਹੁੰਚਾਇਆ ਜਾਂਦਾ ਹੈ। ਇਸ ਕਿਰਿਆ ਵਿੱਚ ਵਾਸ਼ਪ ਉਤਸਰਜਨ ਵੀ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਹਾਂਜੀ, ਅਗਲਾ ਪ੍ਰਸ਼ਨ ਹੈ, ਪ੍ਰਤੀਵਰਤੀ ਕਿਰਿਆ ਅਤੇ ਤੁਰਨ ਵਿੱਚ ਕੀ ਅੰਤਰ ਹੈ? ਹਾਂਜੀ, ਪ੍ਰਤੀਵਰਤੀ ਕਿਰਿਆ ਅਤੇ ਤੁਰਨ ਦੇ ਵਿੱਚ ਕੀ ਅੰਤਰ ਹੁੰਦਾ ਹੈਗਾ? ਪ੍ਰਤੀਵਰਤੀ ਕਿਰਿਆ ਕਿਸੇ ਬਾਹਰੀ ਘਟਨਾ ਦੇ ਪ੍ਰਤੀ ਹੋਣ ਵਾਲੀ ਬਹੁਤ ਹੀ ਤੇਜ਼ ਕਿਰਿਆ ਹੈ ਜੋ ਸੁਖਮਣਾ ਨਾੜੀ ਨਾਲ ਕੰਟਰੋਲ ਕੀਤੀ ਜਾਂਦੀ ਹੈ, ਜਦਕਿ ਤੁਰਨ ਵਿੱਚ ਸਾਡੇ ਦਿਮਾਗ ਨਾਲ ਸੋਚਣਾ ਅਤੇ ਸਾਡੀ ਇੱਛਾ ਸ਼ਾਮਿਲ ਹੁੰਦੀ ਹੈ। ਹਾਂਜੀ ਬੱਚੇ, ਅਗਲਾ ਪ੍ਰਸ਼ਨ ਦੇਖੋ। ਪ੍ਰਜਨਕ ਸਿਹਤ ਤੋਂ ਕੀ ਭਾਵ ਹੈ? ਪ੍ਰਜਨਨ ਅੰਗਾਂ ਦੀ ਸਾਂਭ ਅਤੇ ਸਫਾਈ ਦੀ ਬਹੁਤ ਲੋੜ ਹੈ, ਨਹੀਂ ਤਾਂ ਇਹ ਕਈ ਵਾਰ ਲਾਗ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਪ੍ਰਜਨਕ ਸਿਹਤ ਨਿੱਜੀ ਸਿਹਤ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਜਿਸ ਨੂੰ ਸਿਹਤ ਵਿਗਿਆਨ ਅਤੇ ਪ੍ਰਜਨਨ ਅੰਗਾਂ ਬਾਰੇ ਜਾਣਕਾਰੀ ਨਹੀਂ, ਉਸ ਨੂੰ ਕਈ ਬਿਮਾਰੀਆਂ ਲੱਗਣ ਦਾ ਖਤਰਾ ਹੁੰਦਾ ਹੈ। ਹਾਂਜੀ ਬੱਚੇ, ਅਗਲਾ ਪ੍ਰਸ਼ਨ ਹੈ, ਵਿਭਿੰਨਤਾ ਤੋਂ ਤੁਸੀਂ ਕੀ ਸਮਝਦੇ ਹੋ? ਹਾਂਜੀ, ਵਿਭਿੰਨਤਾ ਕੀ ਹੁੰਦੀ ਹੈ? ਵਿਭਿੰਨਤਾ ਵਿਅਕਤੀ ਵਿੱਚ ਪਾਏ ਜਾਣ ਵਾਲੇ ਅੰਤਰ ਨੂੰ ਕਹਿੰਦੇ ਹਨ। ਕੋਈ ਵੀ ਦੋ ਵਿਅਕਤੀ ਇੱਕੋ ਜਿਹੇ ਨਹੀਂ ਹੁੰਦੇ। ਇੱਥੋਂ ਤੱਕ ਕਿ ਇੱਕ ਮਾਂ-ਬਾਪ ਦੀ ਸੰਤਾਨ ਵੀ ਭੌਤਿਕ ਲੱਛਣਾਂ ਜਿਵੇਂ ਕਿ ਰੰਗ, ਆਕਾਰ, ਚਿਹਰੇ ਦੀ ਬਣਤਰ, ਵਾਲਾਂ ਦੇ ਰੰਗ ਆਦਿ ਵਿੱਚ ਭਿੰਨਤਾ ਹੁੰਦੀ ਹੈ। ਕੇਵਲ ਜੁੜਵਾਂ ਬੱਚਿਆਂ ਵਿੱਚ ਹੀ ਭੌਤਿਕ ਲੱਛਣ ਇੱਕੋ ਜਿਹੇ ਹੁੰਦੇ ਹਨ। ਇੱਕੋ ਜਾਤੀ ਦੇ ਜੀਵਾਂ ਵਿੱਚ ਪਾਏ ਜਾਣ ਵਾਲੇ ਛੋਟੇ-ਛੋਟੇ ਅੰਤਰਾਂ ਅਤੇ ਇੱਕ ਮਾਂ-ਬਾਪ ਦੀ ਸੰਤਾਨ ਵਿੱਚ ਪਾਏ ਜਾਣ ਵਾਲੇ ਅੰਤਰਾਂ ਨੂੰ ਵਿਭਿੰਨਤਾ ਕਹਿੰਦੇ ਹਨ। ਹਾਂਜੀ ਬੱਚੇ, ਅੱਗੇ ਆ ਗਿਆ ਆਪਣਾ ਭਾਗ ਈੜੀ। ਇਸ ਭਾਗ ਦੇ ਵਿੱਚ ਜਿਹੜੇ ਵੀ ਪ੍ਰਸ਼ਨ ਨੇ ਉਹ 4 ਨੰਬਰ ਦੇ ਨੇ। ਤਾਂ ਇਸ ਭਾਗ ਦੇ ਵਿੱਚ ਕੁੱਲ 6 ਪ੍ਰਸ਼ਨ ਹੋਣਗੇ ਤੇ 2-2 ਪ੍ਰਸ਼ਨ ਦੇ ਕੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕੀ ਹੈਗੀ ਬੱਚੇ, ਚੁਆਇਸ ਹੋਏਗੀ। ਤਾਂ ਉਹਨਾਂ 6 ਪ੍ਰਸ਼ਨਾਂ ਦੇ ਵਿੱਚੋਂ ਤੁਸੀਂ 3 ਪ੍ਰਸ਼ਨ ਕਰਨੇ ਹੋਣਗੇ ਤੇ ਹਰੇਕ ਪ੍ਰਸ਼ਨ ਹੈ ਜਿਹੜਾ ਉਹ 4 ਨੰਬਰ ਦਾ ਹੋਏਗਾ। ਇਸ ਭਾਗ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾ ਸਕਦੇ ਨੇ? ਦੇਖੋ, ਪਹਿਲਾ ਪ੍ਰਸ਼ਨ, ਧਾਤਾਂ ਅਤੇ ਅਧਾਤਾਂ ਵਿੱਚ ਕੀ ਅੰਤਰ ਹੈ? ਪਹਿਲਾਂ ਦੇਖੋ ਧਾਤਾਂ, ਇਹ ਆਕਸੀਜਨ ਨਾਲ ਕਿਰਿਆ ਕਰਕੇ ਆਇਨੀ ਅਤੇ ਖਾਰੀ ਆਕਸਾਈਡ ਬਣਾਉਂਦੀਆਂ ਹਨ, ਜਦਕਿ ਅਧਾਤਾਂ ਨੇ ਜਿਹੜੀਆਂ ਇਹ ਆਕਸੀਜਨ ਨਾਲ ਕਿਰਿਆ ਕਰਕੇ ਸਹਿ ਸੰਯੋਜਕ ਅਤੇ ਤੇਜ਼ਾਬੀ ਜਾਂ ਖਾਰੀ ਆਕਸਾਈਡ ਬਣਾਉਂਦੀਆਂ ਹਨ। ਧਾਤਾਂ ਨੇ ਇਹ ਇਲੈਕਟ੍ਰੌਨ ਦੇ ਕੇ ਧਨ ਚਾਰਜਿਤ ਆਇਨ ਬਣਾ ਸਕਦੀਆਂ ਹਨ, ਜਦਕਿ ਅਧਾਤਾਂ ਨੇ ਇਹ ਇਲੈਕਟ੍ਰੌਨ ਲੈ ਕੇ ਰਿਣ ਚਾਰਜਿਤ ਆਇਨ ਬਣਾ ਸਕਦੀਆਂ ਹਨ।
ਧਾਤਾਂ ਲਘੂ ਕਾਰਕ ਹੁੰਦੀਆਂ ਹਨ, ਅਧਾਤਾਂ ਆਕਸੀਕਾਰਕ ਹੁੰਦੀਆਂ ਹਨ। ਧਾਤਾਂ ਦੇਖੋ, ਮਰਕਰੀ ਨੂੰ ਛੱਡ ਕੇ ਬਾਕੀ ਸਾਰੀਆਂ ਧਾਤਾਂ ਠੋਸ ਹਨ। ਅਧਾਤਾਂ ਨੇ ਜਿਹੜੀਆਂ ਇਹ ਠੋਸ, ਦਰਵ ਅਤੇ ਗੈਸ ਰੂਪ ਵਿੱਚ ਮਿਲਦੀਆਂ ਹਨ। ਹਾਂਜੀ, ਧਾਤਾਂ ਦੀ ਧਾਤਵੀ ਚਮਕ ਹੁੰਦੀ ਹੈ, ਅਧਾਤਾਂ ਦੀ ਚਮਕ ਨਹੀਂ ਹੁੰਦੀ। ਧਾਤਾਂ ਬਿਜਲੀ ਅਤੇ ਤਾਪ ਦੀਆਂ ਸੁਚਾਲਕ ਹੁੰਦੀਆਂ ਹਨ, ਜਦਕਿ ਅਧਾਤਾਂ ਬਿਜਲੀ ਅਤੇ ਤਾਪ ਦੀਆਂ ਕੁਚਾਲਕ ਹੁੰਦੀਆਂ ਹਨ। ਤਾਂ ਬੱਚੇ ਇੱਕ ਅਧਾਤ ਹੈ ਗ੍ਰੇਫਾਈਟ, ਜਿਹੜੀ ਕਿ ਬਿਜਲੀ ਦੀ ਸੁਚਾਲਕ ਹੁੰਦੀ ਹੈ, ਜਦਕਿ ਬਾਕੀ ਸਾਰੀਆਂ ਅਧਾਤਾਂ ਨੇ ਜਿਹੜੀਆਂ ਇਹ ਬਿਜਲੀ ਅਤੇ ਤਾਪ ਦੀਆਂ ਕੁਚਾਲਕ ਹੁੰਦੀਆਂ ਹਨ। ਧਾਤਾਂ ਕੁਟੀਨਯੋਗ ਅਤੇ ਖਿਚੀਨਯੋਗ ਹੁੰਦੀਆਂ ਹਨ, ਜਦਕਿ ਅਧਾਤਾਂ ਨੇ ਜਿਹੜੀਆਂ ਇਹ ਕੁਟੀਨਯੋਗ ਅਤੇ ਖਿਚੀਨਯੋਗ ਨਹੀਂ ਹੁੰਦੀਆਂ ਹਨ। ਹਾਂਜੀ, ਅਗਲਾ ਪ੍ਰਸ਼ਨ ਦੇਖੋ। ਹਾਂਜੀ, ਆਪਣਾ ਅਗਲਾ ਪ੍ਰਸ਼ਨ ਹੈ ਚੁਆਇਸ ਵਾਲਾ ਕਿ ਜਾਂ ਤਾਂ ਆਪਾਂ ਧਾਤਾਂ ਅਤੇ ਅਧਾਤਾਂ ਵਿੱਚ ਅੰਤਰ ਕੀ ਹੈ ਉਹ ਪ੍ਰਸ਼ਨ ਕਰੀਏ, ਜਾਂ ਆਪਾਂ ਕਿਹੜਾ ਕੁਐਸਚਨ ਕਰ ਸਕਦੇ ਹਾਂ, ਮਿਸ਼ਰਤ ਧਾਤਾਂ ਕਿਹਨਾਂ ਨੂੰ ਕਹਿੰਦੇ ਹਨ? ਇਹਨਾਂ ਨੂੰ ਬਣਾਉਣ ਦੇ ਕਿਸੇ 4 ਉਦੇਸ਼ਾਂ ਦੀ ਵਿਸਥਾਰ ਨਾਲ ਵਿਆਖਿਆ ਕਰੋ। ਹਾਂਜੀ, ਪਹਿਲਾਂ ਦੇਖੋ, ਮਿਸ਼ਰਤ ਧਾਤਾਂ ਜਾਂ ਐਲੋਏ ਕਿਹਨਾਂ ਨੂੰ ਕਹਿੰਦੇ ਨੇ? 2 ਜਾਂ 2 ਤੋਂ ਵੱਧ ਧਾਤਾਂ ਜਾਂ ਧਾਤ ਅਤੇ ਅਧਾਤ ਦੇ ਸਮਅੰਗੀ ਮਿਸ਼ਰਣ ਨੂੰ ਮਿਸ਼ਰਤ ਧਾਤ ਜਾਂ ਐਲੋਏ ਕਹਿੰਦੇ ਹਨ। ਇਹਨਾਂ ਨੂੰ ਬਣਾਉਣ ਦੇ 4 ਮੁੱਖ ਉਦੇਸ਼ ਹੇਠ ਲਿਖੇ ਨੇ। ਪਹਿਲਾ ਉਦੇਸ਼ ਕੀ ਹੈ? ਕਠੋਰਤਾ ਵਧਾਉਣ ਲਈ। ਧਾਤ ਦੀ ਕਠੋਰਤਾ ਵਧਾਉਣ ਲਈ ਮਿਸ਼ਰਤ ਧਾਤ ਬਣਾਈ ਜਾਂਦੀ ਹੈ। ਅਸਲੀ ਸੋਨਾ 24 ਕੈਰਟ ਦਾ ਹੁੰਦਾ ਹੈ ਅਤੇ ਬਹੁਤ ਨਰਮ ਹੁੰਦਾ ਹੈ। ਤਾਂ ਬੱਚੇ, ਸੋਨੇ ਵਿੱਚ ਤਾਂਬਾ ਜਾਂ ਚਾਂਦੀ ਮਿਲਾ ਕੇ ਇਸ ਦੀ ਕਠੋਰਤਾ ਜਿਹੜੀ ਹੈਗੀ ਆ ਉਹ ਵਧਾਈ ਜਾਂਦੀ ਹੈ। ਹਾਂਜੀ ਬੱਚੇ, ਦੂਜਾ ਉਦੇਸ਼ ਕੀ ਹੈ? ਖੁਰਨ ਤੋਂ ਬਚਾਉਣ ਲਈ। ਲੋਹੇ ਨੂੰ ਜੰਗ ਲੱਗ ਜਾਂਦਾ ਹੈ, ਪਰੰਤੂ ਲੋਹੇ ਵਿੱਚ ਕ੍ਰੋਮੀਅਮ ਅਤੇ ਨਿਕਲ ਧਾਤਾਂ ਮਿਲਾ ਕੇ ਮਿਸ਼ਰਤ ਧਾਤ ਬਣਾਉਣ ਨਾਲ ਲੋਹੇ ਨੂੰ ਜੰਗ ਲੱਗਣ ਤੋਂ ਬਚਾਇਆ ਜਾ ਸਕਦਾ ਹੈ। ਹਾਂਜੀ, ਅਗਲਾ, ਪਿਘਲਾਓ ਦਰਜਾ ਘੱਟ ਕਰਨ ਲਈ। ਧਾਤਾਂ ਦਾ ਪਿਘਲਾਓ ਦਰਜਾ ਘੱਟ ਕਰਨ ਲਈ ਉਹਨਾਂ ਦੀਆਂ ਮਿਸ਼ਰਤ ਧਾਤਾਂ ਬਣਾਈਆਂ ਜਾਂਦੀਆਂ ਹਨ। ਜਿਵੇਂ ਰੋਜ਼ ਮੈਟਲ ਇੱਕ ਮਿਸ਼ਰਤ ਧਾਤ ਹੈ ਜਿਸ ਦਾ ਪਿਘਲਾਓ ਦਰਜਾ ਘੱਟ ਹੁੰਦਾ ਹੈ। ਹਾਂਜੀ, ਅੱਗੇ ਦੇਖੋ, ਧੁਨੀ ਉਤਪੰਨ ਕਰਨ ਲਈ। ਤਾਂਬੇ ਅਤੇ ਟਿਨ ਤੋਂ ਬਣਾਈ ਗਈ ਮਿਸ਼ਰਤ ਧਾਤ ਬੈਲ ਮੈਟਲ ਹੈ। ਇਸ ਮਿਸ਼ਰਤ ਧਾਤ ਤੋਂ ਧੁਨੀ ਪੈਦਾ ਕੀਤੀ ਜਾ ਸਕਦੀ ਹੈ। ਹਾਂਜੀ ਬੱਚੇ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ। ਮਨੁੱਖ ਦੀ ਪਾਚਨ ਪ੍ਰਣਾਲੀ ਦਾ ਵਰਣਨ ਕਰੋ। ਹਾਂਜੀ ਬੱਚੇ, ਇਸ ਦੇ ਵਿੱਚ ਕੀ ਆਪਾਂ ਨੇ ਮਨੁੱਖ ਦੀ ਪਾਚਨ ਪ੍ਰਣਾਲੀ ਦਾ ਵਰਣਨ ਕਰਨਾ ਹੈਗਾ, ਅਤੇ ਹਰੇਕ ਪੁਆਇੰਟ ਨੂੰ ਆਪਾਂ ਨੇ ਅੰਡਰਲਾਈਨ ਕਰਨਾ ਹੈ। ਇਸ ਕੁਐਸਚਨ ਨੂੰ ਆਪਾਂ ਨੇ ਪੁਆਇੰਟ ਬਣਾ ਕੇ ਲਿਖਣਾ ਹੈਗਾ, ਤਾਂ ਹਰੇਕ ਪੁਆਇੰਟ ਨੂੰ ਆਪਾਂ ਨੇ ਅੰਡਰਲਾਈਨ ਕਰਨਾ। ਦੇਖੋ ਆਪਾਂ ਕਿਸ ਤਰ੍ਹਾਂ ਕਰਾਂਗੇ। ਕੁਐਸਚਨ ਹੈ, ਮਨੁੱਖ ਦੀ ਪਾਚਨ ਪ੍ਰਣਾਲੀ ਦਾ ਵਰਣਨ ਕਰੋ। ਹਾਂਜੀ, ਮਨੁੱਖ ਵਿੱਚ ਪਾਚਨ ਕਿਰਿਆ। ਮਨੁੱਖ ਵੀ ਪਾਚਨ ਕਿਰਿਆ ਹੇਠ ਲਿਖੇ ਚਰਨਾਂ ਦੇ ਵੱਖ-ਵੱਖ ਅੰਗਾਂ ਵਿੱਚ ਪੂਰਨ ਹੁੰਦੀ ਹੈ। ਹਾਂਜੀ, ਮਨੁੱਖ ਦੀ ਜਿਹੜੀ ਪਾਚਨ ਕਿਰਿਆ ਹੈਗੀ ਉਹ ਹੇਠ ਲਿਖੇ ਚਰਨਾਂ ਦੇ ਵਿੱਚ ਕੀ ਹੈਗੀ? ਪੂਰੀ ਹੁੰਦੀ ਹੈਗੀ। ਦੇਖੋ, ਪਹਿਲਾ ਹੈਗਾ ਗਾ ਮੂੰਹ ਵਿੱਚ ਪਾਚਨ, ਇਹਨੂੰ ਅੰਡਰਲਾਈਨ ਕਰ ਲੈਣਾ ਤੁਸੀਂ। ਡਾਈਜੈਸ਼ਨ ਇਨ ਮਾਊਥ ਕੈਵਿਟੀ, ਜਾਂ ਮੂੰਹ ਖੋੜ ਵਿੱਚ ਪਾਚਨ। ਤਾਂ ਮਨੁੱਖ ਮੂੰਹ ਦੇ ਰਸਤੇ ਭੋਜਨ ਪ੍ਰਾਪਤ ਕਰਦਾ ਹੈ। ਮੂੰਹ ਵਿੱਚ ਮੌਜੂਦ ਦੰਦ ਭੋਜਨ ਦੇ ਕਣਾਂ ਨੂੰ ਚਬਾਉਂਦੇ ਹਨ, ਜਿਸ ਨਾਲ ਭੋਜਨ ਪਦਾਰਥ ਛੋਟੇ-ਛੋਟੇ ਕਣਾਂ ਵਿੱਚ ਟੁੱਟ ਜਾਂਦਾ ਹੈ। ਲਾਰ ਗ੍ਰੰਥੀਆਂ ਤੋਂ ਨਿਕਲੀ ਲਾਰ ਭੋਜਨ ਵਿੱਚ ਚੰਗੀ ਤਰ੍ਹਾਂ ਮਿਲ ਜਾਂਦੀ ਹੈ। ਲਾਰ ਵਿੱਚ ਮੌਜੂਦ ਐਂਜ਼ਾਈਮ ਭੋਜਨ ਪਦਾਰਥ ਵਿੱਚ ਮੌਜੂਦ ਸਟਾਰਚ ਨੂੰ ਗਲੂਕੋਜ਼ ਵਿੱਚ ਬਦਲ ਦਿੰਦਾ ਹੈ। ਲਾਰ ਭੋਜਨ ਨੂੰ ਲੇਸਦਾਰ ਬਣਾਉਂਦੀ ਹੈ, ਜਿਸ ਨਾਲ ਭੋਜਨ ਗ੍ਰਸਿਕਾ ਵਿੱਚ ਹੋ ਕੇ ਸੌਖਿਆਂ ਮੈਦੇ ਵਿੱਚ ਪੁੱਜ ਜਾਂਦਾ ਹੈ।
ਹਾਂਜੀ, ਇਸ ਤੋਂ ਬਾਅਦ ਕੀ ਹੈਗਾ, ਮੈਦੇ ਵਿੱਚ ਪਾਚਨ। ਹਾਂਜੀ, ਇਹਨੂੰ ਵੀ ਆਪਾਂ ਅੰਡਰਲਾਈਨ ਕਰ ਲੈਣਾ ਹੈਗਾ ਦੂਜੇ ਪੁਆਇੰਟ ਨੂੰ, ਮੈਦੇ ਵਿੱਚ ਪਾਚਨ ਜਾਂ ਡਾਈਜੈਸ਼ਨ ਇਨ ਸਟਮਕ। ਜਦੋਂ ਭੋਜਨ ਮੈਦੇ ਵਿੱਚ ਪੁੱਜਦਾ ਹੈ ਤਾਂ ਉੱਥੇ ਭੋਜਨ ਦਾ ਪਾਚਨ ਹੁੰਦਾ ਹੈਗਾ, ਜਿਸ ਨਾਲ ਭੋਜਨ ਛੋਟੇ ਛੋਟੇ ਕਣਾਂ ਵਿੱਚ ਟੁੱਟ ਜਾਂਦਾ ਹੈ। ਭੋਜਨ ਵਿੱਚ ਲੂਣ ਦਾ ਤੇਜ਼ਾਬ ਮਿਲਦਾ ਹੈ ਜੋ ਮਾਧਿਅਮ ਵਿੱਚ ਅਮਲੀ ਬਣਾਉਂਦਾ ਹੈ ਅਤੇ ਭੋਜਨ ਨੂੰ ਸੜਨ ਤੋਂ ਰੋਕਦਾ ਹੈ। ਮੈਦੇ ਵਿੱਚ ਪਾਚਕ ਰਸ ਵਿੱਚ ਮੌਜੂਦ ਐਂਜ਼ਾਈਮ ਪ੍ਰੋਟੀਨ ਨੂੰ ਛੋਟੇ ਛੋਟੇ ਅਣੂਆਂ ਵਿੱਚ ਤੋੜ ਦਿੰਦਾ ਹੈ। ਹਾਂਜੀ, ਇਸ ਤੋਂ ਬਾਅਦ ਆ ਗਿਆ ਗ੍ਰਹਿਣੀ ਵਿੱਚ ਪਾਚਨ ਜਾਂ ਡਾਈਜੈਸ਼ਨ ਇਨ ਡੋਡਨਮ। ਮੈਦੇ ਵਿੱਚ ਪਾਚਨ ਦੇ ਬਾਅਦ ਜਦੋਂ ਭੋਜਨ ਗ੍ਰਹਿਣੀ ਵਿੱਚ ਪੁੱਜਦਾ ਹੈ ਤਾਂ ਜਿਗਰ ਤੋਂ ਆਇਆ ਪਿੱਤ ਰਸ ਭੋਜਨ ਨਾਲ ਅਭਿਕ੍ਰਿਆ ਕਰਕੇ ਵਸਾ ਦਾ ਪਾਸਤਰੀਕਰਨ ਕਰ ਦਿੰਦਾ ਹੈ ਅਤੇ ਮਾਧਿਅਮ ਨੂੰ ਖਾਰੀ ਬਣਾਉਂਦਾ ਹੈ, ਜਿਸ ਨਾਲ ਮੈਦੇ ਤੋਂ ਆਏ ਪਾਚਕ ਰਸ ਵਿੱਚ ਮੌਜੂਦ ਐਂਜ਼ਾਈਮ ਕਿਰਿਆਸ਼ੀਲ ਹੋ ਜਾਂਦੇ ਹਨ ਅਤੇ ਭੋਜਨ ਵਿੱਚ ਮੌਜੂਦ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਵਸਾ ਦਾ ਪਾਚਨ ਕਰ ਦਿੰਦੇ ਹਨ। ਹਾਂਜੀ, ਇਸ ਤੋਂ ਬਾਅਦ ਆ ਗਿਆ ਬੱਚੇ ਛੋਟੀ ਆਂਦਰ ਵਿੱਚ ਪਾਚਨ। ਹਾਂਜੀ, ਇਹਨੂੰ ਵੀ ਆਪਾਂ ਅੰਡਰਲਾਈਨ ਕਰ ਲੈਣਾ, ਛੋਟੀ ਆਂਦਰ ਵਿੱਚ ਪਾਚਨ, ਡਾਈਜੈਸ਼ਨ ਇਨ ਇਲੀਅਮ। ਗ੍ਰਹਿਣੀ ਵਿੱਚ ਪਾਚਨ ਤੋਂ ਬਾਅਦ ਜਦੋਂ ਛੋਟੀ ਆਂਦਰ ਵਿੱਚ ਪੁੱਜਦਾ ਹੈ ਤਾਂ ਉੱਥੇ ਆਂਦਰ ਰਸ ਵਿੱਚ ਮੌਜੂਦ ਐਂਜ਼ਾਈਮ ਬਚੇ ਹੋਏ ਅਪਚਿਤ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਵਸਾ ਦਾ ਪਾਚਨ ਕਰ ਦਿੰਦੇ ਹਨ। ਵਿਲਾਈ ਦੁਆਰਾ ਪਚੇ ਹੋਏ ਭੋਜਨ ਦਾ ਅਵਸ਼ੋਸ਼ਣ ਕਰ ਲਿਆ ਜਾਂਦਾ ਹੈ ਅਤੇ ਅਵਸ਼ੋਸ਼ਿਤ ਭੋਜਨ ਲਹੂ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ। ਹਾਂਜੀ, ਇਸ ਤੋਂ ਬਾਅਦ ਆ ਗਿਆ ਪੰਜਵਾਂ ਪੁਆਇੰਟ, ਵੱਡੀ ਆਂਦਰ ਵਿੱਚ ਪਾਚਨ, ਡਾਈਜੈਸ਼ਨ ਇਨ ਰੈਕਟਮ। ਹਾਂਜੀ, ਛੋਟੀ ਆਂਦਰ ਵਿੱਚ ਭੋਜਨ ਦੇ ਪਾਚਨ ਅਤੇ ਅਵਸ਼ੋਸ਼ਣ ਦੇ ਬਾਅਦ ਜਦੋਂ ਭੋਜਨ ਵੱਡੀ ਆਂਦਰ ਵਿੱਚ ਪੁੱਜਦਾ ਹੈ ਤਾਂ ਉੱਥੇ ਵਾਧੂ ਪਾਣੀ ਦਾ ਅਵਸ਼ੋਸ਼ਣ ਕਰ ਲਿਆ ਜਾਂਦਾ ਹੈ। ਵੱਡੀ ਆਂਦਰ ਵਿੱਚ ਭੋਜਨ ਦਾ ਪਾਚਨ ਨਹੀਂ ਹੁੰਦਾ। ਭੋਜਨ ਦਾ ਅਪਸ਼ਿਸ਼ਟ ਭਾਗ ਇੱਥੇ ਇਕੱਠਾ ਹੁੰਦਾ ਰਹਿੰਦਾ ਹੈ ਅਤੇ ਸਮੇਂ-ਸਮੇਂ 'ਤੇ ਮਲ ਦੁਆਰਾ ਸਰੀਰ ਵਿੱਚੋਂ ਬਾਹਰ ਕੱਢ ਲਿਆ ਜਾਂਦਾ ਹੈ। ਤਾਂ ਬੱਚੇ ਇਸ ਪ੍ਰਸ਼ਨ ਦੇ ਨਾਲ ਆਪਾਂ ਨੇ ਜਿਹੜਾ ਇਹ ਮਨੁੱਖ ਦੀ ਪਾਚਨ ਪ੍ਰਣਾਲੀ ਦਾ ਜਿਹੜਾ ਚਿੱਤਰ ਹੈ ਇਹ ਜ਼ਰੂਰ ਬਣਾਉਣਾ ਹੈਗਾ। ਇਸ ਚਿੱਤਰ ਨੂੰ ਤੁਸੀਂ ਚੰਗੀ ਤਰ੍ਹਾਂ ਨਾਮਾਂਕਿਤ ਕਰਨਾ ਹੈ। ਤਾਂ ਇਸ ਚਿੱਤਰ ਨੂੰ ਤੁਸੀਂ ਆਪਣੀ ਰਫ ਕਾਪੀ ਦੇ ਉੱਤੇ 5-6 ਵਾਰੀ ਬਣਾ ਕੇ ਦੇਖਣਾ ਹੈਗਾ ਤਾਂ ਜੋ ਤੁਹਾਨੂੰ ਇਹ ਚਿੱਤਰ ਹੈ ਜਿਹੜਾ ਚੰਗੀ ਤਰ੍ਹਾਂ ਯਾਦ ਹੋ ਸਕੇ। ਹਾਂਜੀ ਬੱਚੇ, ਇਸ ਤੋਂ ਬਾਅਦ ਚੁਆਇਸ ਵਾਲਾ ਜਿਹੜਾ ਅਗਲਾ ਪ੍ਰਸ਼ਨ ਹੈ ਉਹ ਹੈ, ਆਕਸੀ ਸਾਹ ਕਿਰਿਆ ਅਤੇ ਅਣਆਕਸੀ ਸਾਹ ਕਿਰਿਆ ਵਿੱਚ ਕੀ ਅੰਤਰ ਹਨ? ਹਾਂਜੀ, ਤਾਂ ਇੱਕ ਪਾਸੇ ਆਪਾਂ ਲਿਖ ਲਾਂਗੇ ਆਕਸੀ ਸਾਹ ਕਿਰਿਆ ਤੇ ਦੂਜੇ ਪਾਸੇ ਲਿਖ ਲਾਂਗੇ ਅਣਆਕਸੀ ਸਾਹ ਕਿਰਿਆ। ਹਾਂਜੀ, ਆਕਸੀ ਸਾਹ ਕਿਰਿਆ ਇਹ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦੀ ਹੈ, ਜਦਕਿ ਅਣਆਕਸੀ ਸਾਹ ਕਿਰਿਆ ਹੈ ਇਹ ਆਕਸੀਜਨ ਦੀ ਗੈਰ ਮੌਜੂਦਗੀ ਵਿੱਚ ਹੁੰਦੀ ਹੈ। ਆਕਸੀ ਸਾਹ ਕਿਰਿਆ ਇਸ ਵਿੱਚ ਭੋਜਨ ਦਾ ਪੂਰਾ ਅਪਘਟਨ ਹੁੰਦਾ ਹੈ। ਅਣਆਕਸੀ ਸਾਹ ਕਿਰਿਆ ਇਸ ਵਿੱਚ ਭੋਜਨ ਦਾ ਪੂਰਾ ਅਪਘਟਨ ਨਹੀਂ ਹੁੰਦਾ। ਆਕਸੀ ਸਾਹ ਕਿਰਿਆ ਇਸ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਬਣਦੇ ਹਨ, ਜਦਕਿ ਅਣਆਕਸੀ ਸਾਹ ਕਿਰਿਆ ਵਿੱਚ ਕਾਰਬਨ ਡਾਈਆਕਸਾਈਡ ਅਤੇ ਈਥੇਨੋਲ ਜਾਂ ਲੈਕਟਿਕ ਐਸਿਡ ਬਣਦੇ ਹਨ। ਆਕਸੀ ਸਾਹ ਕਿਰਿਆ ਵਿੱਚ ਵੱਧ ਊਰਜਾ ਪੈਦਾ ਹੁੰਦੀ ਹੈ, ਜਦਕਿ ਅਣਆਕਸੀ ਸਾਹ ਕਿਰਿਆ ਵਿੱਚ ਘੱਟ ਊਰਜਾ ਪੈਦਾ ਹੁੰਦੀ ਹੈ। ਆਕਸੀ ਸਾਹ ਕਿਰਿਆ ਇਹ ਕਿਰਿਆ ਸੈੱਲ ਦੇ ਮਾਈਟੋਕੌਂਡਰੀਆ ਵਿੱਚ ਹੁੰਦੀ ਹੈ। ਅਣਆਕਸੀ ਸਾਹ ਕਿਰਿਆ ਇਹ ਕਿਰਿਆ ਯੀਸਟ ਸੈੱਲਾਂ ਜਾਂ ਪੇਸ਼ੀ ਸੈੱਲਾਂ ਵਿੱਚ ਹੁੰਦੀ ਹੈ। ਤਾਂ ਇਹ ਤੋਂ ਬਾਅਦ ਬੱਚੇ ਅਗਲਾ ਪ੍ਰਸ਼ਨ ਦੇਖੋ। ਅਗਲਾ ਪ੍ਰਸ਼ਨ ਹੈ ਇਹਦੇ ਨਾਲ ਦਾ ਪ੍ਰਸ਼ਨ ਹੀ ਅਗਲਾ, ਨਿਸ਼ੇਚਨ ਰਹਿਤ ਪ੍ਰਜਨਨ ਦੀ ਵਿਸਤਾਰ ਸਹਿਤ ਵਿਆਖਿਆ ਕਰੋ। ਹਾਂਜੀ, ਨਿਸ਼ੇਚਨ ਰਹਿਤ ਪ੍ਰਜਨਨ ਕੀ ਹੁੰਦਾ ਹੈ? ਨਿਸ਼ੇਚਨ ਰਹਿਤ ਪ੍ਰਜਨਨ ਦੀ ਇੱਕ ਖਾਸ ਵਿਧੀ ਹੈ ਜਿਸ ਵਿੱਚ ਮਾਦਾ ਯੁਗਮਕ ਨਰ ਯੁਗਮਕ ਨਾਲ ਨਿਸ਼ੇਚਨ ਤੋਂ ਬਿਨਾਂ ਹੀ ਸੰਪੂਰਨ ਪ੍ਰਾਣੀ ਉਤਪੰਨ ਕਰਦਾ ਹੈ। ਇਸ ਤਰ੍ਹਾਂ ਦਾ ਪ੍ਰਜਨਨ ਪੌਦਿਆਂ ਅਤੇ ਜਾਨਵਰਾਂ ਦੋਹਾਂ ਵਿੱਚ ਹੁੰਦਾ ਹੈ।
ਜੇ ਭਰੂਣ ਦੋ ਸੂਤਰੀ ਨਿਸ਼ੇਚਨ ਰਹਿਤ ਅੰਡਸ ਤੋਂ ਬਣਦਾ ਹੈ ਤਾਂ ਇਸ ਨੂੰ ਸੂਤਰੀ ਨਿਸ਼ੇਚਨ ਰਹਿਤ ਪ੍ਰਜਨਨ ਕਹਿੰਦੇ ਹਨ। ਕੁਝ ਪੌਦੇ ਵੀ ਬਿਨਾਂ ਤੋਂ ਫਲ ਪੈਦਾ ਕਰਦੇ ਹਨ। ਕੁਝ ਪੌਦੇ ਵੀ ਬਿਨਾਂ ਨਿਸ਼ੇਚਨ ਤੋਂ ਫਲ ਪੈਦਾ ਕਰਦੇ ਨੇ। ਅਜਿਹੇ ਫਲ ਪਾਰਥੀਨੋਕਾਰਪਿਕ ਫਲ ਅਖਵਾਉਂਦੇ ਹਨ। ਇਹ ਬੀਜਾਂ ਤੋਂ ਬਿਨਾਂ ਹੁੰਦੇ ਹਨ ਜਾਂ ਫਿਰ ਇਹਨਾਂ ਵਿਚਾਲੇ ਬੀਜ ਖੋਖਲੇ ਅਤੇ ਨਾ ਜੰਮਣਯੋਗ ਹੁੰਦੇ ਹਨ। ਕੁਝ ਕੁਦਰਤੀ ਪਾਰਥੀਨੋਕਾਰਪਿਕ ਫਲਾਂ ਦੀਆਂ ਉਦਾਹਰਨਾਂ ਨੇ ਕੇਲਾ, ਆਰਕਿਡ ਅਤੇ ਅੰਗੂਰ। ਹਾਂਜੀ ਬੱਚੇ, ਆਪਣਾ ਅਗਲਾ ਚੁਆਇਸ ਵਾਲਾ ਪ੍ਰਸ਼ਨ ਹੈ, ਫੁੱਲ ਦੇ ਵੱਖ-ਵੱਖ ਹਿੱਸਿਆਂ ਨੂੰ ਅੰਕਿਤ ਕੀਤੇ ਚਿੱਤਰ ਦੀ ਸਹਾਇਤਾ ਨਾਲ ਸਮਝਾਓ। ਤਾਂ ਬੱਚੇ ਇਸ ਪ੍ਰਸ਼ਨ ਦਾ ਉੱਤਰ ਲਿਖਣ ਦੇ ਲਈ ਇੱਕ ਤਾਂ ਤੁਹਾਨੂੰ ਫੁੱਲ ਦਾ ਜਿਹੜਾ ਚਿੱਤਰ ਹੈ ਇਹ ਚੰਗੀ ਤਰ੍ਹਾਂ ਬਣਾਉਣਾ ਆਉਣਾ ਚਾਹੀਦਾ ਹੈਗਾ। ਇਸ ਨੂੰ ਤੁਸੀਂ ਚੰਗੀ ਤਰ੍ਹਾਂ ਲੇਬਲ ਕਰਨਾ ਹੈ। ਤੁਸੀਂ ਇਸ ਚਿੱਤਰ ਨੂੰ ਬਣਾਉਣ ਦੇ ਲਈ ਇਸ ਨੂੰ 3-4 ਵਾਰੀ ਪਹਿਲਾਂ ਬਣਾ ਕੇ ਦੇਖਣਾ ਹੈਗਾ, ਬਾਰ-ਬਾਰ ਬਣਾ ਕੇ ਦੇਖਣਾ ਹੈਗਾ, ਤਾਂ ਤੁਹਾਨੂੰ ਇਹ ਚਿੱਤਰ ਹੈ ਜਿਹੜਾ ਚੰਗੀ ਤਰ੍ਹਾਂ ਯਾਦ ਹੋ ਜਾਏਗਾ। ਅਤੇ ਇਸ ਚਿੱਤਰ ਨੂੰ ਤੁਸੀਂ ਫਿਰ ਕੀ ਆ ਨਾਮਾਂਕਿਤ ਕਰਨਾ ਹੈ। ਜਿਸ ਤਰ੍ਹਾਂ ਕਿ ਦੇਖੋ ਆਹ ਪਰਾਗਕੋਸ਼, ਫਿਲਾਮੈਂਟ ਭਾਗ ਹੈ, ਇਹ ਦੋਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਪੁੰਕੇਸ਼ਵਰ। ਆਹ ਰੰਗਦਾਰ ਪੱਤੀ, ਹਰੀ ਪੱਤੀ, ਆਹ ਅੰਡਕੋਸ਼, ਇਹ ਸਟਾਈਲ, ਇਹ ਸਟਿਗਮਾ, ਇਹ ਫੁੱਲ ਦਾ ਕਿਹੜਾ ਭਾਗ ਆ ਬੱਚੇ, ਇਸਤਰੀ ਕੇਸਰ। ਤਾਂ ਇਸ ਤਰ੍ਹਾਂ ਤੁਸੀਂ ਫੁੱਲ ਦਾ ਅੰਕਿਤ ਚਿੱਤਰ ਬਾਰ-ਬਾਰ ਆਪਣੀ ਕਾਪੀ ਉੱਤੇ ਬਣਾ ਕੇ ਦੇਖਣਾ ਹੈਗਾ ਤਾਂ ਕਿ ਤੁਹਾਨੂੰ ਇਹ ਚਿੱਤਰ ਹੈ ਜਿਹੜਾ ਇਹ ਚੰਗੀ ਤਰ੍ਹਾਂ ਯਾਦ ਹੋ ਸਕੇ। ਤਾਂ ਦੇਖੋ ਬੱਚੇ, ਫੁੱਲ ਕੀ ਹੁੰਦਾ ਹੈਗਾ? ਫੁੱਲ ਪੌਦੇ ਦਾ ਜਣਨ ਅੰਗ ਹੁੰਦਾ ਹੈ। ਇਸ ਦੇ ਮੁੱਖ ਭਾਗ ਹੁੰਦੇ ਨੇ ਪੁੰਕੇਸ਼ਰ, ਇਸਤਰੀ ਕੇਸਰ, ਰੰਗਦਾਰ ਪੱਤੀਆਂ ਅਤੇ ਹਰੀਆਂ ਪੱਤੀਆਂ। ਹੁਣ ਆਪਾਂ ਇਹਨਾਂ ਫੁੱਲ ਦੇ ਵੱਖ-ਵੱਖ ਭਾਗਾਂ ਨੂੰ ਵਿਸਤਾਰ ਸਹਿਤ ਪੜ੍ਹਾਂਗੇ। ਹਾਂਜੀ ਬੱਚੇ, ਪਹਿਲਾਂ ਦੇਖੋ ਪੁੰਕੇਸ਼ਰ। ਪੁੰਕੇਸ਼ਰ ਕੀ ਹੁੰਦਾ ਹੈ? ਪੁੰਕੇਸ਼ਰ ਫੁੱਲ ਦਾ ਨਰ ਭਾਗ ਹੈ। ਇਸ ਦੇ ਮੁੱਖ ਹਿੱਸੇ ਪਰਾਗਕੋਸ਼ ਅਤੇ ਫਿਲਾਮੈਂਟ ਹਨ। ਇਹਨਾਂ ਦਾ ਮੁੱਖ ਕੰਮ ਕੀ ਹੈਗਾ? ਪਰਾਗਕਣ ਪੈਦਾ ਕਰਨਾ ਹੈ। ਹਾਂਜੀ, ਅੱਗੇ ਹੈ ਇਸਤਰੀ ਕੇਸਰ। ਇਸਤਰੀ ਕੇਸਰ ਹੈ ਜਿਹੜਾ ਇਹ ਫੁੱਲ ਦਾ ਮਾਦਾ ਭਾਗ ਹੁੰਦਾ ਹੈਗਾ। ਇਸ ਦੇ ਮੁੱਖ ਹਿੱਸੇ ਕਿਹੜੇ-ਕਿਹੜੇ ਨੇ? ਸਟਿਗਮਾ, ਸਟਾਈਲ ਅਤੇ ਅੰਡਕੋਸ਼। ਸਟਿਗਮਾ ਪਰਾਗ ਕਣਾਂ ਨੂੰ ਗ੍ਰਹਿਣ ਕਰਕੇ ਸਟਾਈਲ ਰਾਹੀਂ ਅੰਡਕੋਸ਼ ਤੱਕ ਪਹੁੰਚਾਉਂਦਾ ਹੈ। ਅੰਡਕੋਸ਼ ਵਿੱਚ ਅੰਡਾਣੂ ਬਣਦਾ ਹੈ ਅਤੇ ਨਿਸ਼ੇਚਨ ਕਿਰਿਆ ਪੂਰੀ ਹੁੰਦੀ ਹੈ, ਜਿਸ ਦੇ ਨਤੀਜੇ ਵਜੋਂ ਫਲ ਅਤੇ ਬੀਜ ਬਣਦੇ ਹਨ। ਹਾਂਜੀ, ਫੁੱਲ ਦਾ ਅਗਲਾ ਭਾਗ ਹੈ ਰੰਗਦਾਰ ਪੱਤੀਆਂ। ਰੰਗਦਾਰ ਪੱਤੀਆਂ ਦੇ ਸੁੰਦਰ ਰੰਗ ਤਿਤਲੀਆਂ, ਹਾਂਜੀ ਸੁੰਦਰ ਦੇ ਸਪੈਲਿੰਗ ਠੀਕ ਕਰ ਲਈਏ। ਹਾਂਜੀ, ਰੰਗਦਾਰ ਪੱਤੀਆਂ ਦੇ ਸੁੰਦਰ ਰੰਗ ਤਿਤਲੀਆਂ, ਪੰਛੀਆਂ ਆਦਿ ਨੂੰ ਫੁੱਲ ਵੱਲ ਖਿੱਚਦੇ ਹਨ, ਜੋ ਪਰਾਗਣ ਕਿਰਿਆ ਵਿੱਚ ਸਹਾਇਕ ਹੁੰਦੇ ਹਨ। ਹਾਂਜੀ, ਫੁੱਲ ਦਾ ਅਗਲਾ ਭਾਗ ਹੈ ਹਰੀਆਂ ਪੱਤੀਆਂ। ਹਰੀਆਂ ਪੱਤੀਆਂ ਫੁੱਲ ਨੂੰ ਖਿੜਨ ਤੋਂ ਪਹਿਲਾਂ ਬਡ ਦੇ ਰੂਪ ਵਿੱਚ ਸੁਰੱਖਿਅਤ ਰੱਖਦੀਆਂ ਹਨ। ਤਾਂ ਬੱਚੇ, ਇਹ ਸੀ ਆਪਣਾ ਰਿਵੀਜ਼ਨ ਗੈਸ ਪੇਪਰ ਪਹਿਲਾ, ਜਿਹੜਾ ਕਿ ਅੱਜ ਆਪਾਂ ਨੇ ਸੋਲਵ ਕੀਤਾ ਹੈਗਾ। ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਗੈਸ ਪੇਪਰ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਸਮਝ ਆ ਗਏ ਹੋਣਗੇ। ਤਾਂ ਆਪਾਂ ਜਿਹੜੇ ਹੋਰ ਵੀ ਗੈਸ ਪੇਪਰ ਆਪਾਂ ਨੂੰ ਮਿਲਣਗੇ, ਆਪਾਂ ਸਾਰੇ ਗੈਸ ਪੇਪਰ ਨੇ ਜਿਹੜੇ ਉਹ ਸੋਲਵ ਕਰਾਂਗੇ ਤਾਂ ਕਿ ਆਪਾਂ ਬੋਰਡ ਦੇ ਪੇਪਰਾਂ ਦੀ ਤਿਆਰੀ ਹੈ ਜਿਹੜੀ ਉਹ ਚੰਗੀ ਤਰ੍ਹਾਂ ਕਰ ਸਕੀਏ ਅਤੇ ਆਪਾਂ ਬੋਰਡ ਦੇ ਇਮਤਿਹਾਨ ਦੇ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋ ਸਕੀਏ। ਤਾਂ ਬੱਚੇ, ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ।